ਟਾਈਮ ਸ਼ੋਅ ਦਾ ਦੂਜਾ ਭਾਗ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਤੇ ਮੇਰੇ ਨਾਲ ਜੁੜ ਗਏ ਸਾਡੀ ਟੀਮ ਦੇ ਮੈਂਬਰ ਸੁਸ਼ੀਲ ਦਸਾਂਝ ਚੰਡੀਗੜ੍ਹ ਸਟੂਡੀਓ ਤੋਂ। ਉਹਨਾਂ ਨਾਲ ਕਰਦੇ ਹਾਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਦੇ ਉੱਤੇ ਚਰਚਾ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਕਰੀਏ ਸਵਾਗਤ ਜੀ। ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਵੀ ਚੰਡੀਗੜ੍ਹ ਤੋਂ ਸੁਸ਼ੀਲ ਦਸਾਂਝ ਦੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ ਤੇ ਨਮਸਕਾਰ ਜੀ। ਹਰਜੀਤ ਗਿੱਲ ਦਸਾਂਝ ਸਾਹਿਬ, ਪੰਜਾਬ ਦੀ ਵੱਡੀ ਖਬਰ, ਕੇਜਰੀਵਾਲ ਪੰਜਾਬ ਆਏ ਤੇ ਕੁੰਵਰ ਵਿਜੇ ਪ੍ਰਤਾਪ ਨੇ ਆਖਰਕਾਰ ਝਾੜੂ ਫੜ ਲਿਆ। ਜੀ ਜੀ ਹਰਜੀਤ ਗਿੱਲ ਜੀ, ਦੇਖੋ ਗੱਲ ਇਹ ਆ, ਪਹਿਲਾਂ ਹੀ ਪਤਾ ਲੱਗ ਗਿਆ ਸੀ, ਵੈਸੇ ਤਾਂ ਚਰਚਾ ਵੀ ਸੀ ਤੇ ਭਾਵੇਂ ਇਹਦੀ ਪੁਸ਼ਟੀ ਨਹੀਂ ਸੀ ਕਰ ਰਹੇ ਕੁੰਵਰ ਵਿਜੇ ਪ੍ਰਤਾਪ, ਪਰ ਜਦੋਂ ਇਹ ਲਫ਼ਜ਼ ਕਹਿ ਰਹੇ ਸੀ ਵੀ ਹਾਂ ਪੰਜਾਬ ਜਿਹੜਾ ਆ ਬਦਲਾਅ ਚਾਹੁੰਦਾ ਆ ਤੇ ਮੈਂ ਰਾਜਨੀਤੀ 'ਚ ਜਾਣਾ ਹੈ ਤੇ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਦਾ ਜਿਹੜਾ ਸੁਪਨਾ ਆ ਉਹਨੂੰ ਹਕੀਕਤ ਵਿੱਚ ਅਸੀਂ ਸਾਹਮਣੇ ਲੈ ਕੇ ਆਉਣਾ ਹੈ। ਜਦੋਂ ਪਤਾ ਲੱਗ ਰਿਹਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਹੋਰਾਂ ਦੀ ਹੀ ਭਾਸ਼ਾ ਬੋਲ ਰਹੇ ਨੇ, ਕਿਉਂਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜਾ ਟਵੀਟ ਕੀਤਾ ਸੀ ਉਹਦੇ 'ਚ ਵੀ ਉਹਨਾਂ ਨੇ ਇਹੀ ਲਫ਼ਜ਼ ਵਰਤੇ ਸੀ। ਦਿੱਲੀੋਂ ਤੁਰਨ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਟਵੀਟ ਸੀ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਤੇ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਆ ਉਹ ਆਮ ਆਦਮੀ ਪਾਰਟੀ ਹੀ ਲਿਆ ਸਕਦੀ ਹੈ ਤੇ ਕੱਲ ਅੰਮ੍ਰਿਤਸਰ ਮਿਲਦੇ ਆ। ਉਦੋਂ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਜਾਣਗੇ ਤੇ ਉਹੀ ਹੋਇਆ ਤੇ ਅੰਮ੍ਰਿਤਸਰ ਆਏ ਅਰਵਿੰਦ ਕੇਜਰੀਵਾਲ ਜੀ ਤੇ ਬੜੀਆਂ ਗੱਲਾਂ ਹੋਰ ਵੀ ਕੀਤੀਆਂ, ਪਰ ਆਖਰੀ ਸਮੇਂ ਤੱਕ ਜਿਹੜੀਆਂ ਚੇਅਰਸ ਲਾਈਆਂ ਸੀਗੀਆਂ ਪ੍ਰੈਸ ਕਾਨਫਰੰਸ ਦੇ ਵਿੱਚ, ਬਾਕੀ ਨਾਂ ਉੱਥੇ ਸੀਗੇ, ਕੁੰਵਰ ਵਿਜੇ ਪ੍ਰਤਾਪ ਦਾ ਨਾਂ ਨਹੀਂ ਸੀ ਤੇ ਇਹ ਕਿਆਸਾਂ ਲੱਗ ਰਹੀਆਂ ਸੀ ਵੀ ਸ਼ਾਇਦ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਨਾਲ ਕੁਝ ਹੋਰ ਲੋਕ ਵੀ ਜਿਹੜੇ ਆਮ ਆਦਮੀ ਪਾਰਟੀ 'ਚ ਜਾ ਸਕਦੇ ਆ। ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਮੋਸਟ ਜਿਹੜੇ ਆਗੂ ਨੇ ਲਕਸ਼ਮੀ ਕਾਂਤਾ ਚਾਵਲਾ, ਉਹਨਾਂ ਦਾ ਨਾਂ ਕਨਫਰਮ ਹੀ ਦੱਸਿਆ ਜਾ ਰਿਹਾ ਸੀ ਵੀ ਸ਼ਾਇਦ ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋਣਗੇ, ਪਰ ਉਹ ਆਖਰੀ ਸਮੇਂ ਤੱਕ ਇਹ ਸਸਪੈਂਸ ਜਿਹਾ ਰਿਹਾ, ਪਰ ਉਹ ਨਹੀਂ ਆਏ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਪਲਾਨ ਹੋਵੇ ਤੇ ਪਰ ਕੁੰਵਰ ਵਿਜੇ ਪ੍ਰਤਾਪ ਦਾ ਸ਼ਾਮਲ ਹੋਣਾ ਆਮ ਆਦਮੀ ਪਾਰਟੀ ਦੇ ਵਿੱਚ ਤੇ ਅਰਵਿੰਦ ਕੇਜਰੀਵਾਲ ਦਾ ਖੁਦ ਆ ਕੇ ਉਹਨਾਂ ਨੂੰ ਸ਼ਾਮਲ ਕਰਵਾਉਣਾ, ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ 'ਚ ਕੁਝ ਹੋਰ ਲੋਕ ਵੀ ਇਸ ਤਰ੍ਹਾਂ ਦੇ ਸ਼ਾਮਲ ਹੋ ਸਕਦੇ ਆ। ਬਾਅਦ ਵਿੱਚ ਭਗਵੰਤ ਮਾਨ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਆ ਰਹੇ ਸੀ, ਪੱਤਰਕਾਰਾਂ ਨੇ ਜਦੋਂ ਉਹਨੂੰ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਚਾਹੇ ਕੋਈ ਸਾਬਕਾ ਪੁਲਿਸ ਅਫਸਰ ਹੈ, ਚਾਹੇ ਕੋਈ ਖਿਡਾਰੀ ਹੈ, ਚਾਹੇ ਉਹ ਕਿਸੇ ਵੀ ਖੇਤਰ ਦੀ ਚੰਗੀ ਤੇ ਉਗੜਵੀਂ ਸ਼ਖਸੀਅਤ ਹੈ, ਉਹ ਉਹਨਾਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ। ਮੈਨੂੰ ਲੱਗਦਾ ਕਿ ਪਲਾਨ ਪੰਜਾਬ ਇੱਕ ਆਮ ਆਦਮੀ ਪਾਰਟੀ ਨੇ ਬਣਾ ਲਿਆ ਹੈ, ਕਿਉਂਕਿ ਇਸ ਵੇਲੇ ਉਸ ਕਿਸਮ ਦੀ ਵੇਵ ਨਹੀਂ ਹੈ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਜਿਸ ਕਿਸਮ ਦੀ ਪਿਛਲੀ ਵਿਧਾਨ ਸਭਾ ਚੋਣਾਂ 'ਚ ਸੀ। ਪਰ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਅੰਦਰਲੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ ਹੈ ਤੇ ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਜਿਹੜਾ ਆ ਉਹਦੀ ਵੀ ਪੂਰੀ ਤਰ੍ਹਾਂ ਬਰਾਬਰ ਦੀ ਟੱਕਰ ਬਣਾਉਣ ਦੀ ਸਮਰੱਥਾ ਜਿਹੜੀ ਹੈ ਹਾਲੇ ਨਹੀਂ ਬਣੀ। ਤੇ ਅਗਲੀ ਗੱਲ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਹੈ ਉਹ ਇੰਨੀ ਮਾੜੀ ਹੋ ਚੁੱਕੀ ਹੈ ਤਾਂ ਇੱਕ ਸਪੇਸ ਹਾਲੇ ਵੀ ਬਚੀ ਹੋਈ ਹੈ। ਉਸ ਸਪੇਸ ਨੂੰ ਭਾਵੇਂ ਮੈਂ ਹੁਣ ਕਰੈਕਟਰ ਦੇ ਪੱਖ ਤੋਂ, ਪੋਲੀਟੀਕਲ ਕਰੈਕਟਰ ਦੇ ਪੱਖ ਤੋਂ ਆਮ ਆਦਮੀ ਪਾਰਟੀ ਨੂੰ ਕੋਈ ਬਹੁਤੀ ਵੱਖਰੀ ਨਹੀਂ ਸਮਝਦਾ, ਪਰ ਉਹਦੇ ਬਾਵਜੂਦ ਅਕਾਲੀ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਹਾਲੇ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਉਮੀਦ ਹੈ ਵੀ ਉਹਨਾਂ ਨਾਲੋਂ ਤਾਂ ਇਹ ਚੰਗੇ ਹੋਣਗੇ। ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦੀ ਸਰਕਾਰ ਬਣੀ, ਘੱਟ ਤਾਕਤਾਂ ਸੀਗੀਆਂ, ਉਹਦੇ ਬਾਵਜੂਦ ਕੁਝ ਕੰਮ ਕੀਤਾ ਬਿਜਲੀ ਦੇ ਖੇਤਰ ਦੇ ਵਿੱਚ, ਐਜੂਕੇਸ਼ਨ ਜਾਂ ਹੈਲਥ ਦੇ ਸੈਕਟਰ ਦੇ ਵਿੱਚ, ਤੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦਾ ਪੂਰਨ ਸਟੇਟ ਹੈ ਤੇ ਇਸ ਕਰਕੇ ਆਮ ਆਦਮੀ ਪਾਰਟੀ ਤੋਂ ਉਮੀਦ ਰੱਖੀ ਜਾ ਸਕਦੀ ਹੈ ਜੀ। ਦੂਜੀ ਗੱਲ, ਜਿਹੜੀ ਕਮਿਟਡ ਵੋਟ ਨਹੀਂ ਹੈ ਕਿਸਾਨ ਅੰਦੋਲਨ ਨਾਲ ਜੁੜੀ ਹੋਈ, ਕਿਸਾਨ ਅੰਦੋਲਨ ਦੀਆਂ ਜਿਹੜੀਆਂ ਜਥੇਬੰਦੀਆਂ ਨੇ, 32 ਜਥੇਬੰਦੀਆਂ ਜਾਂ 33 ਜਥੇਬੰਦੀਆਂ, ਉਹਨਾਂ 'ਚੋਂ ਬਹੁਤੀਆਂ ਜਥੇਬੰਦੀਆਂ ਦੀਆਂ ਆਪੋ ਆਪਣੀਆਂ ਪੋਲੀਟੀਕਲ ਐਫੀਲੀਏਸ਼ਨਸ ਵੀ ਹੈਗੀਆਂ, ਪਰ ਉਹ ਪ੍ਰਤੀਬੱਧ ਲੋਕ ਹੁੰਦੇ ਆ, ਕਮਿਟਡ ਲੋਕ ਹੁੰਦੇ ਆ। ਇੱਕ ਵੋਟ ਹੁੰਦੀ ਹੈ ਜਿਹੜੀ ਫਲੋਟਿੰਗ ਦੀ ਵੋਟ ਹੁੰਦੀ ਹੈ, ਉਹ ਵੋਟ ਜਿਹੜੀ ਹੈ ਹੁਣ ਕਾਂਗਰਸ ਤੇ ਅਕਾਲੀ ਦਲ ਤੇ ਬੀਜੇਪੀ ਨੂੰ ਪੈਣ ਵਾਲੀ ਨਹੀਂ ਹੈ। ਸੋ ਉਹ ਚਾਹੇ ਜਿੰਨੇ ਮਰਜ਼ੀ % ਹੋਵੇ, 2% ਹੋਵੇ, 4% ਹੋਵੇ, ਉਹਦਾ ਬਹੁਤਾ ਨੁਕਸਾਨ ਅਕਾਲੀ ਦਲ ਨੂੰ ਹੋਣਾ
ਤੇ ਕਾਂਗਰਸ ਨੂੰ ਵੀ ਥੋੜਾ ਨੁਕਸਾਨ ਹੋ ਸਕਦਾ ਹੈ। ਤੇ ਉਹ ਅਕਾਲੀ ਦਲ ਦੀ ਜਿਹੜੀ ਉਹ ਵੋਟ ਹੈ ਜਿਹੜੀ ਪਿੰਡਾਂ 'ਚ ਪਈ ਹੈ ਕਿਸਾਨੀ ਦੇ ਵਿੱਚੋਂ ਹੈਗੀ ਆ, ਉਹ ਵੋਟ ਵੀ ਜਿਹੜੀ ਸ਼ਿਫਟ ਹੋ ਸਕਦੀ ਆਮ ਆਦਮੀ ਪਾਰਟੀ ਵੱਲ ਨੂੰ। ਇਸ ਕਰਕੇ ਉਹ ਜਿਹੜੀ ਸਪੇਸ ਬਣੀ ਹੈ ਉਸ ਸਪੇਸ ਨੂੰ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ, ਕੁੰਵਰ ਵਿਜੇ ਪ੍ਰਤਾਪ ਵਰਗੀਆਂ ਸ਼ਖਸੀਅਤਾਂ ਨੂੰ ਲਿਆ ਕੇ ਇੱਕ ਇਮਾਨਦਾਰ ਉਹਨਾਂ ਦਾ ਅਕਸ ਹੈਗਾ। ਦੂਜੀ ਗੱਲ, SIT ਦੇ ਇਸ਼ੂ ਦੇ ਉੱਤੇ ਜਿਸ ਕਿਸਮ ਦੀ ਲੜਾਈ ਹੋਈ ਹੈ, ਜਿਵੇਂ SIT ਬਣੀ ਉਹਦੇ ਚੀਫ ਬਣਾਏ ਗਏ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨਾਂ ਨੇ ਰਿਪੋਰਟ ਵੀ ਦਿੱਤੀ, ਉਹ ਰਿਪੋਰਟ ਖਾਰਜ ਕਰ ਦਿੱਤੀ ਗਈ। ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਰਿਜ਼ਾਈਨ ਕੀਤਾ, ਉਹਨਾਂ ਨੂੰ ਮਨਾਉਣ ਦਾ ਯਤਨ ਹੋਇਆ ਪਰ ਉਹ ਆਪਣੇ ਰਿਜ਼ਾਈਨ 'ਤੇ ਸਟੈਂਡ ਕਰ ਗਏ। ਉਹ ਸਾਰੀਆਂ ਚੀਜ਼ਾਂ ਨੇ ਉਹਨਾਂ ਦਾ ਇੱਕ ਅਕਸ ਤਾਂ ਜਿਹੜਾ ਬਿਹਤਰ ਬਣਾਇਆ ਹੋਇਆ। ਇੱਦਾਂ ਦੇ ਹੋਰ ਕੋਈ ਲੋਕ ਜਿਹੜੇ ਵੱਖ-ਵੱਖ ਸੈਕਟਰਸ ਦੇ ਵਿੱਚੋਂ, ਚਾਹੇ ਉਹ ਐਗਰੀਕਲਚਰ ਸੈਕਟਰ ਹੋਵੇ, ਚਾਹੇ ਸਪੋਰਟਸ ਦਾ ਹੋਵੇ, ਚਾਹੇ ਪੋਲੀਟਿਕਸ ਦਾ ਹੀ ਹੋਵੇ, ਪਰ ਪੋਲੀਟਿਕਸ ਤੋਂ ਜਿਹੜੇ ਲੋਕ ਆਉਣਗੇ, ਚਾਹੇ ਉਹ BJP ਤੋਂ ਆਉਣ ਜਾਂ ਕਾਂਗਰਸ ਤੋਂ ਆਉਣ ਜਾਂ ਅਕਾਲੀਆਂ ਤੋਂ ਆਉਣ, ਉਹ ਇਹਨਾਂ ਲਈ ਖਤਰਾ ਰਹੇਗਾ ਕਿਉਂਕਿ ਉਹ ਆਪਣਾ ਕਲਚਰ ਨਾਲ ਲੈ ਕੇ ਆਉਣਗੇ। ਪਰ ਜਿਹੜੇ ਇਸ ਤਰ੍ਹਾਂ ਦੇ ਲੋਕ ਆਉਂਦੇ ਆ, ਜਿਹੜੇ ਕੁੰਵਰ ਵਿਜੇ ਪ੍ਰਤਾਪ ਵਰਗੇ, ਇਹਨਾਂ ਦਾ ਕੋਈ ਜਨਤਕ ਆਧਾਰ ਨਹੀਂ ਹੁੰਦਾ। ਇਹਨਾਂ ਦਾ ਨਾਂ ਤਾਂ ਹੁੰਦਾ ਪਰ ਜਨਤਕ ਆਧਾਰ ਨਹੀਂ ਹੁੰਦਾ, ਪਰ ਫਿਰ ਵੀ ਇੱਕ ਪੋਜ਼ਿਟਿਵ ਜਿਹਾ ਔਰਾ ਇਹਦੇ ਨਾਲ ਬਣ ਜਾਂਦਾ ਹੈ। ਸੋ ਇੱਕ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਜਿਹੜੀ ਕੋਸ਼ਿਸ਼ ਕਰ ਰਹੀ ਹੈ, ਉਹਨੇ ਕੋਈ ਪਲਾਨ ਤਿਆਰ ਕੀਤਾ ਪੰਜਾਬ ਲਈ, ਉਹਦੀ ਸ਼ੁਰੂਆਤ ਕੁੰਵਰ ਵਿਜੇ ਪ੍ਰਤਾਪ ਨੂੰ ਲਿਆ ਕੇ ਕਰ ਦਿੱਤੀ ਗਈ ਜੀ। ਦੁਸਾਂਝ ਸਾਹਿਬ, ਕੁੰਵਰ ਵਿਜੇ ਪ੍ਰਤਾਪ ਦੇ ਆਮ ਆਦਮੀ ਪਾਰਟੀ 'ਚ ਆਉਣ ਨਾਲ ਪਾਰਟੀ ਵੱਲੋਂ ਵੱਡੀ ਖਬਰ ਤੇ ਹੈ, ਪਰ ਦੂਜੇ ਪਾਸੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਪ੍ਰਚਲਿਤ ਜਿਹੜੇ ਲੀਡਰ ਨੇ, ਸਣੇ ਖਹਿਰਾ ਸਾਹਿਬ ਜਿਹੜੇ ਬੜੇ ਪੰਜਾਬ ਦੇ ਹਿੱਤਾਂ ਦੀ ਦਵਾਈ ਦਿੰਦੇ ਰਹੇ ਨੇ, ਤੇ ਇਸੇ ਤਰ੍ਹਾਂ ਹੀ ਕੁਝ ਅਕਾਲੀ ਲੀਡਰ, ਉਹਨਾਂ ਦੇ ਜਿਹੜੇ ਬਿਆਨ ਆ ਰਹੇ ਆ, ਜਿੱਦਾਂ ਉਹ ਤੜਫ ਰਹੇ ਆ, ਜਿਸ ਤਰ੍ਹਾਂ ਉਹਨਾਂ ਦੇ ਢਿੱਡ ਦੁਖੇ ਆ, ਉਹਦੇ ਤੋਂ ਲੱਗਦਾ ਆ ਕਿ ਉਹਨਾਂ ਦੇ ਬਹੁਤ ਵੱਡੀ ਸੱਟ ਇਹਦੇ ਨਾਲ ਲੱਗੀ ਆ। ਇਹ ਗੱਲ ਵੱਖਰੀ ਆ ਵੀ ਕੱਲ ਨੂੰ ਹਾਲਾਤ ਕੀ ਬਣਦੇ, ਜੇ ਸਮਾਂ ਪਿਆ ਆ ਸਮਾਂ ਦੱਸੇਗਾ, ਪਰ ਜਿੱਦਾਂ ਰਿਐਕਟ ਕੀਤਾ ਗਿਆ ਆ ਰਵਾਇਤੀ ਲੀਡਰਾਂ ਵੱਲੋਂ, ਜਿਹੜੇ ਆਪਣੇ ਆਪ ਨੂੰ ਖੁਦ ਪੰਜਾਬ ਦੇ ਵੱਡੇ ਹਤੈਸ਼ੀ ਦੱਸਦੇ ਆਏ ਆ, ਉਹਨਾਂ ਨੂੰ ਬਹੁਤ ਮਿਰਚਾਂ ਲੱਗੀਆਂ ਨੇ। ਇਹਦੇ ਪਿੱਛੇ ਕੀ ਵਜ੍ਹਾ ਆ? ਦੇਖੋ, ਜਦੋਂ ਬੰਦਾ ਇੱਕ ਸੇਵਾ 'ਚ ਹੁੰਦਾ ਹੈ, ਸਰਵਿਸ ਦੇ ਵਿੱਚ ਹੁੰਦਾ ਹੈ, ਉਦੋਂ ਬਹੁਤ ਸਾਰੀਆਂ ਚੀਜ਼ਾਂ ਜਨਤਕ ਨਹੀਂ ਹੁੰਦੀਆਂ। ਉਹ ਆਪਣੀ ਗੱਲ ਰੱਖ ਸਕਦੇ ਨੇ, ਇੱਕ ਡਿਸਪਲਿਨ 'ਚ ਰਹਿੰਦੇ ਨੇ, ਅਨੁਸ਼ਾਸਨ 'ਚ ਹੁੰਦੇ ਨੇ, ਤੇ ਉਹ ਆਪਣੀ ਗੱਲ ਜਿਹੜਾ ਉਹਨਾਂ ਦਾ ਪਲੇਟਫਾਰਮ ਹੈ ਉੱਥੇ ਰੱਖਦੇ ਨੇ, ਜਾਂ ਜਿਹੜੀਆਂ ਲਿਖਤੀ ਰਿਪੋਰਟਸ ਹੁੰਦੀਆਂ ਉਹ ਸਰਕਾਰ ਕੋਲ ਪੇਸ਼ ਕਰਦੇ ਨੇ, ਜਾਂ SIT ਦੀ ਜਿਹੜੀ ਜਾਂਚ ਸੀ ਉਹ ਵੀ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਰੱਖੀ। ਤੇ ਉਸ ਤੋਂ ਬਾਅਦ ਕੁਝ ਗੱਲਾਂ ਤਾਂ ਉਹਨਾਂ ਨੇ ਭਾਵੇਂ ਕੀਤੀਆਂ, ਪਰ ਫਿਰ ਵੀ ਉਹ ਪਬਲਿਕ ਫਰੰਟ ਤੇ ਆ ਕੇ ਜਿਸ ਤਰ੍ਹਾਂ ਖੁੱਲ੍ਹ ਕੇ ਗੱਲ ਕਰਨੀ ਹੁੰਦੀ ਉੱਦਾਂ ਉਹ ਗੱਲ ਨਹੀਂ ਕਰ ਪਾਉਂਦੇ ਹੁੰਦੇ। ਇੱਕ ਉਹਨਾਂ ਦਾ ਇੱਕ ਜ਼ਾਬਤੇ 'ਚ ਹੁੰਦੇ ਨੇ। ਹੁਣ ਕਿਉਂਕਿ ਉਹ ਰਿਟਾਇਰਮੈਂਟ ਉਹਨਾਂ ਨੇ ਲੈ ਲਈ ਹੈ, ਤੇ ਆਮ ਆਦਮੀ ਪਾਰਟੀ ਇੱਕ ਉਹਨਾਂ ਨੂੰ ਪਲੇਟਫਾਰਮ ਮਿਲ ਗਿਆ। ਸੋ ਉਸ ਪਲੇਟਫਾਰਮ ਤੋਂ ਹੋ ਸਕਦਾ ਹੈ ਕੁਝ ਅੰਦਰਲੀਆਂ ਗੱਲਾਂ ਜਿਹੜੀਆਂ ਹੈ ਉਹਦੇ ਤੋਂ ਪਰਦੇ ਚੱਕੇ ਜਾਣ। ਜਦੋਂ ਅੰਦਰਲੀਆਂ ਗੱਲਾਂ ਤੋਂ ਉਹ ਪਰਦੇ ਚੱਕੇ ਜਾਣਗੇ ਤਾਂ ਫਿਰ ਲਾਜ਼ਮੀ ਤੌਰ ਦੇ ਉੱਤੇ ਜਿਹੜੇ ਲੋਕ ਇਹਦੇ 'ਚ ਇਨਵੋਲਵ ਰਹੇ ਹੋਣਗੇ, ਜਾਂ ਜਿਹੜੇ ਲੋਕਾਂ ਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਾਡਾ ਨਾਂ ਤੇ ਇਹਦੇ 'ਚ ਆ ਸਕਦਾ ਹੈ, ਤੇ ਫਿਰ ਤਕਲੀਫ ਤਾਂ ਲਾਜ਼ਮੀ ਤੌਰ 'ਤੇ ਹੋਣੀ ਹੈ। ਸੋ ਇਸ ਕਰਕੇ ਰਵਾਇਤੀ ਪਾਰਟੀਆਂ ਜਿਹੜੀਆਂ ਸੱਤਾ 'ਚ ਜਾਂ ਸੱਤਾ 'ਚ ਨਹੀਂ ਵੀ ਹੈਗੀਆਂ, ਕਿਸੇ ਵੇਲੇ ਸੱਤਾ 'ਚ ਸੀਗੀਆਂ, ਉਹਨਾਂ ਸਾਰਿਆਂ ਦਾ ਕਿਤੇ ਨਾ ਕਿਤੇ ਕੁਝ ਨਾ ਕੁਝ ਇੱਦਾਂ ਦੇ ਮਾਮਲਿਆਂ ਦੇ ਵਿੱਚ ਲੈਣ ਦੇਣ ਵੀ ਹੁੰਦਾ ਹੈ। ਤੇ ਜਿਹੜੇ ਦੋਸ਼ ਵੀ ਲੱਗ ਰਹੇ ਨੇ, ਖਾਸ ਤੌਰ ਦੇ ਉੱਤੇ ਭਗਵੰਤ ਮਾਨ ਨੇ ਵੀ ਲਾਏ ਨੇ, ਤੇ ਬਾਕੀ ਵਿਰੋਧੀ ਪਾਰਟੀਆਂ ਵੀ ਲਾ ਰਹੀਆਂ। ਖੁਦ ਕਾਂਗਰਸ ਪਾਰਟੀ ਦੇ ਅੰਦਰੋਂ ਦੋਸ਼ ਲੱਗੇ ਨੇ ਵੀ ਕੈਪਟਨ ਤੇ ਬਾਦਲਾਂ ਦੀ ਜਿਹੜੀ ਮਿਲੀ ਭੁਗਤ ਹੈ ਖਾਸ ਤੌਰ ਤੇ ਇਸ ਇਸ਼ੂ ਦੇ ਉੱਤੇ, ਇਸੇ ਕਰਕੇ ਉਹਨਾਂ ਤੇ ਐਕਸ਼ਨ ਨਹੀਂ ਹੋ ਸਕਿਆ। ਕਿਉਂਕਿ ਤਿੰਨ ਜਿਹੜੇ ਲੋਕ ਤਾਂ ਉਹ ਤਾਂ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਸਾਹਮਣੇ ਦਿਖਾਈ ਦੇ ਰਿਹਾ, ਉਹਨਾਂ ਤੋਂ ਕਿਸੇ ਇੱਕ ਦੀ ਜ਼ਿੰਮੇਵਾਰੀ ਤਾਂ ਤੈਅ ਹੋਣੀ ਹੀ ਚਾਹੀਦੀ ਹੈ। ਜਦੋਂ ਗੋਲੀकांड ਵਾਪਰਦਾ, ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਮੰਤਰੀ ਤੇ ਡਿਪਟੀ CM ਸਰਦਾਰ ਸੁਖਬੀਰ ਸਿੰਘ ਬਾਦਲ, ਜੇ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਨੇ ਫਾਇਰਿੰਗ ਦਾ ਹੁਕਮ ਨਹੀਂ ਦਿੱਤਾ ਤਾਂ ਫਿਰ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਦਿੱਤਾ ਹੋਏਗਾ। ਜੇ ਉਹਨਾਂ ਨੇ ਵੀ ਨਹੀਂ ਦਿੱਤਾ ਤਾਂ ਸਮੇਤ ਸਿੰਘ ਸੈਣੀ ਜਿਹੜੇ ਪੰਜਾਬ ਪੁਲਿਸ ਦੇ ਚੀਫ ਸੀ ਉਹਨਾਂ ਨੇ ਦਿੱਤਾ ਹੋਏਗਾ। ਇਹ ਤਿੰਨ ਬੰਦੇ ਤਾਂ ਫਰੇਮ ਹੋ ਹੀ ਰਹੇ ਨਾ, ਤਿੰਨਾਂ 'ਚੋਂ ਇੱਕ ਦੀ ਜ਼ਿੰਮੇਵਾਰੀ ਤਾਂ ਬਣਨੀ ਹੋਈ ਨਾ। ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਕਿਉਂ ਨਹੀਂ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ, ਉਹਦੇ 'ਚ ਕਿਹੜਾ ਪੋਲੀਟੀਕਲ ਕਨੈਕਸ਼ਨ ਆਪੋ ਵਿੱਚ ਹੀ ਬਾਦਲ ਤੇ ਕੈਪਟਨ ਸਾਹਿਬ ਦਾ। ਤੇ ਉਹ ਕਈ ਚੀਜ਼ਾਂ ਸ਼ਾਇਦ ਲੁਕਵੀਆਂ ਹੋਣਗੀਆਂ, ਕਈ ਚੀਜ਼ਾਂ ਮੰਨੀਆਂ ਵੀ ਹੁੰਦੀਆਂ, ਕਈ ਵਾਰੀ ਆਪਣੇ ਪੁਲਿਸ ਆਫੀਸਰ ਨੂੰ ਡਾਇਰੈਕਸ਼ਨ ਵੀ ਦਿੱਤੀ ਹੁੰਦੀ ਆ ਵੀ ਆਪਾਂ ਆਹ ਕੰਮ ਇੱਦਾਂ ਕਰਨਾ ਆ, ਵਿਸ਼ਵਾਸ 'ਚ ਲੈ ਕੇ ਕੀਤਾ ਹੁੰਦਾ ਸਾਰਾ ਕੁਝ। ਤੇ ਉਹ ਸੇਵਾ 'ਚ ਹੁੰਦਾ ਬੰਦਾ, ਜ਼ਾਬਤੇ 'ਚ ਹੁੰਦਾ, ਇਸ ਕਰਕੇ ਉਹ ਗੱਲਾਂ ਬਾਹਰ ਨਹੀਂ ਨਿਕਲਦੀਆਂ। ਹੁਣ ਇਹਦੀ ਸੰਭਾਵਨਾ ਬਣ ਗਈ ਹੈ ਵੀ ਉਹ ਆਮ ਆਦਮੀ ਪਾਰਟੀ ਦੇ ਰੂਪ 'ਚ ਉਹਦਾ ਕੋਲ ਇੱਕ ਪਲੇਟਫਾਰਮ ਹੈ, ਤੇ ਉਹ ਲੌਜੀਕਲੀ ਤਰਕ ਦੇ ਨਾਲ
ਜੇ ਉਹਨਾਂ ਕੋਲ ਤੱਥ ਹੋਣਗੇ ਤਾਂ ਕੁਝ ਨਵੀਆਂ ਗੱਲਾਂ ਵੀ ਸਾਹਮਣੇ ਲਿਆ ਸਕਦੇ ਜੀ। ਬਰੀਫ ਵਿੱਚ ਦੱਸਿਓ, ਆਪਾਂ ਫਿਰ ਦੂਜੇ ਟੌਪਿਕ ਤੇ ਗੱਲ ਕਰਨੀ ਆ। ਬਰੀਫ 'ਚ ਦੱਸਿਓ, ਮੈਂ ਖਹਿਰਾ ਸਾਹਿਬ ਨੂੰ ਸੁਣ ਰਿਹਾ ਸੀਗਾ, ਉਹ ਕਹਿ ਰਹੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਦੇ ਉੱਤੇ ਪੰਜਾਬ ਦੇ ਲੋਕ ਭਰੋਸਾ ਕਰ ਰਹੇ ਨੇ, ਲੋਕ ਕਹਿ ਰਹੇ ਨੇ ਕਿ ਉਹ ਜਿਹੜੇ ਨੇ ਉਹ ਇਮਾਨਦਾਰ ਅਫਸਰ ਨੇ, ਉਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਸਰਵਿਸ ਕੈਰੀਅਰ ਆ ਪਿੱਛੇ ਉਹਨਾਂ ਨੂੰ ਦੇਖਦੇ ਆ, ਚਾਹੇ ਉਹ ਕਿਡਨੀ ਵਾਲਾ ਕਾਂਡ ਹੋਵੇ, ਹੋਰ ਕਈ ਚੀਜ਼ਾਂ ਸੀਗੀਆਂ ਜਿਹਦੇ 'ਚ ਉਹ ਸਪਸ਼ਟ ਤੇ ਸਾਫ਼ ਇਨਸਾਨ ਵਾਂਗੂ ਵਿਚਰਦੇ ਰਹੇ ਨੇ। ਤੇ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੇ ਸਾਰੀ ਰਿਪੋਰਟ ਹੀ ਖਰਾਬ ਇਸ ਕਰਕੇ ਕੀਤੀ ਸੀ ਕਿ ਉਹਨਾਂ ਨੇ ਪਹਿਲਾਂ ਹੀ 2 ਸਾਲ ਪਹਿਲਾਂ ਹੀ ਇਹ ਮਨ ਬਣਾਇਆ ਸੀ ਰਲ ਮਿਲ ਕੇ ਕੇਜਰੀਵਾਲ ਨਾਲ ਕਿ ਪੋਲੀਟੀਕਲ ਪਾਰਟੀ ਜੁਆਇਨ ਕਰਨੀ ਆ ਤੇ ਇਸ ਇਸ਼ੂ ਤੋਂ ਫਾਇਦਾ ਉਠਾਉਣਾ ਆ। ਯਾਨੀ ਕਿ ਖਹਿਰੇਰਾਂ ਦਾ ਇਸ ਤਰ੍ਹਾਂ ਦਾ ਬਿਆਨਬਾਜ਼ੀ ਕਰਨਾ ਤੇ ਇੱਕ ਪਾਸੇ ਪੰਜਾਬ ਤਹਿਸ਼ੀਕ ਹੋਣਾ, ਮੈਨੂੰ ਤਾਂ ਬਾਕੀ ਅਕਾਲੀ ਜੋ ਮਰਜ਼ੀ ਕਹਿਣ, ਕਾਂਗਰਸੀ ਜੋ ਮਰਜ਼ੀ ਕਹਿਣ, ਖਾਸ ਕਰਕੇ ਖਹਿਰੇ ਦਾ ਇਹ ਜਿਹੜਾ ਉਹ ਮਤਲਬ ਸੁਣਨ ਨੂੰ ਦਿਲ ਨਹੀਂ ਸੀ ਕਰ ਰਿਹਾ ਕਿ ਸਿਆਸਤਦਾਨ ਇੰਨੇ ਵੀ ਗਿਰ ਸਕਦੇ ਆ। ਭਰੋਸਾ ਤਾਂ ਸੁਖਪਾਲ ਸਿੰਘ ਖਹਿਰੇ ਤੇ ਵੀ ਪੰਜਾਬ ਦੇ ਲੋਕਾਂ ਨੇ ਕੀਤਾ ਸੀ ਤੇ ਇਸ ਕਰਕੇ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ, ਤੁਸੀਂ ਜੇ ਪਿਛਲਾ ਮੈਂ ਬਹੁਤਾ ਵੈਸੇ ਆਮ ਤੌਰ ਤੇ ਵੀਡੀਓਜ਼ ਵਗੈਰਾ ਸੁਣਦਾ ਨਹੀਂ, ਪਰ ਜੇ ਪਿਛਲਾ ਤੁਸੀਂ ਸੁਣੋਗੇ ਜਦੋਂ ਇਹ ਸਾਰਾ ਮਾਮਲਾ ਉੱਠਿਆ ਤੇ ਉਦੋਂ ਸੁਖਪਾਲ ਸਿੰਘ ਖਹਿਰਾ ਕੁਝ ਹੋਰ ਬੋਲ ਰਹੇ ਹੋਣਗੇ ਤੇ ਹੁਣ ਉਹ ਕੈਪਟਨ ਅਮਰਿੰਦਰ ਦੇ ਵੱਲੋਂ ਬੱਲੇਬਾਜ਼ੀ ਕਰ ਰਹੇ ਨੇ ਜਾਂ ਖੇਡ ਰਹੇ ਨੇ। ਹੁਣ ਤਾਂ ਮੈਂ ਜਦੋਂ ਖਹਿਰਾ ਸਾਹਿਬ ਨੂੰ ਕੈਪਟਨ ਅਮਰਿੰਦਰ ਸਾਹਿਬ ਦਾ ਆਸ਼ੀਰਵਾਦ ਮਿਲਿਆ, ਅਸੀਂ ਉਦੋਂ ਹੀ ਸਮਝ ਗਏ ਸੀ ਕਿ ਸੁਖਪਾਲ ਸਿੰਘ ਖਹਿਰੇ ਨੂੰ ਕੈਪਟਨ ਅਮਰਿੰਦਰ ਹੋਰੀ ਤਾਂ ਹੀ ਮੰਨੇ ਨੇ ਲਿਆਉਣਾ ਵਾਪਸ, ਆਸ਼ੀਰਵਾਦ ਤਾਂ ਹੀ ਮਿਲਿਆ ਵੀ ਕਿਉਂਕਿ ਸ਼ਾਇਦ ਇੱਕ ਬੁਲਾਰਾ ਉਹਨਾਂ ਨੂੰ ਚਾਹੀਦਾ, ਜਿਹੜੀਆਂ ਗੱਲਾਂ ਆਪ ਨਹੀਂ ਕਹਿਣੀਆਂ ਫਰੰਟ ਤੇ ਆ ਕੇ ਸੁਖਪਾਲ ਸਿੰਘ ਖਹਿਰੇ ਉਹਨਾਂ ਤੋਂ ਪਾਈਆਂ ਜਾਣ। ਤੇ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ 'ਚ ਵੀ ਅਸੀਂ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਜਿੱਦਾਂ ਨਵਜੋਤ ਸਿੰਘ ਸਿੱਧੂ ਤਿੱਖੇ ਹੋਣਗੇ ਤੇ ਕੈਪਟਨ ਕੈਂਪ ਵੱਲੋਂ ਸੁਖਪਾਲ ਸਿੰਘ ਖਹਿਰਾ ਤਿੱਖੇ ਹੁੰਦੇ ਚਲੇ ਜਾਣਗੇ। ਸੋ ਆਮ ਆਦਮੀ ਪਾਰਟੀ ਦੇ ਨਾਲ ਜਿਸ ਕਿਸਮ ਦਾ ਉਹਨਾਂ ਦਾ ਸਾਰਾ ਮਾਮਲਾ ਇਹ ਰਿਹਾ ਤੇ ਉਹਦੇ 'ਚ ਸੁਖਪਾਲ ਖਹਿਰੇ ਹੋਰਾਂ ਦਾ ਆਮ ਆਦਮੀ ਪਾਰਟੀ 'ਚ ਜਾਣਾ, ਫਿਰ ਉੱਥੋਂ ਦੇ ਓਪੋਜੀਸ਼ਨ ਦਾ ਲੀਡਰ ਬਣਨਾ ਉਹਨਾਂ ਵੱਲੋਂ, ਫਿਰ ਵੱਖਰੀ ਪਾਰਟੀ ਬਣਾ ਲੈਣੀ, ਤੇ ਉਹ ਜਿਹੜੀਆਂ ਕੁਝ ਚੀਜ਼ਾਂ ਵਾਪਰੀਆਂ ਹੋਈਆਂ ਸੁਖਪਾਲ ਸਿੰਘ ਖਹਿਰਾ ਜਿਹਦੇ ਵਿੱਚੋਂ ਲੰਘੇ ਨੇ, ਤੇ ਉਹ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਦੁਸ਼ਮਣੀ ਪਾਲੀ ਆ ਉਹਨਾਂ ਨੇ ਹੁਣ ਉਹ ਆਮ ਆਦਮੀ ਪਾਰਟੀ ਨੇ ਪਾਲੀ ਹੋਈ ਆ। ਜਦਕਿ ਆਮ ਆਦਮੀ ਪਾਰਟੀ 'ਚ ਜਾਣ ਵੇਲੇ, ਜਾਣ ਤੋਂ ਪਹਿਲਾਂ ਜਾਂ ਉਹਦੇ 'ਚ ਵਿਚਰਦਿਆਂ ਜਾਂ ਪੰਜਾਬ ਇੱਕ ਪਾਰਟੀ ਬਣਾਉਂਦਿਆਂ ਸਭ ਤੋਂ ਜ਼ਿਆਦਾ ਲੱਗਦਾ ਸੀ ਵੀ ਜੇ ਕੋਈ ਕ੍ਰਿਟਿਸਾਈਜ਼ ਕਰਦੇ ਨੇ ਕਿਸੇ ਚੀਜ਼ ਨੂੰ ਤਾਂ ਉਹ ਕਾਂਗਰਸ ਪਾਰਟੀ ਹੈ ਜਾਂ ਅਕਾਲੀ ਦਲ ਬੀਜੇਪੀ ਹੈ। ਸੋ ਹੁਣ ਉਹਨਾਂ ਦਾ ਕੈਂਪ ਬਦਲ ਗਿਆ, ਹੁਣ ਉਹ ਖੇਡ ਰਹੇ ਨੇ ਕੈਪਟਨ ਅਮਰਿੰਦਰ ਵੱਲੋਂ, ਤੇ ਇਹੀ ਉਹਨਾਂ ਤੋਂ ਤਵੱਕੁ ਕੀਤੀ ਜਾ ਸਕਦੀ ਹੈ। ਤੇ ਜਿਹੜੀ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਇਹਨਾਂ 'ਚ ਭਰੋਸਾ ਪ੍ਰਗਟ ਕੀਤਾ ਸੀ, ਉਸ ਭਰੋਸੇ ਨੂੰ ਸਭ ਤੋਂ ਪਹਿਲਾਂ ਜੇ ਕਿਸੇ ਨੇ ਤੋੜਿਆ ਪੰਜਾਬ ਦੇ ਵਿੱਚ ਤਾਂ ਉਹ ਸੁਖਪਾਲ ਸਿੰਘ ਖਹਿਰਾ ਹੀ ਹੈ। ਬੜੇ ਸੌਫਟ ਸ਼ਬਦਾਂ ਤੁਸੀਂ ਕਿਹਾ ਕਿ ਕੈਪਟਨ ਵੱਲੋਂ ਖੇਡਣਗੇ, ਖਿਡਾਰੀ ਬਣ ਕੇ ਜ਼ਰੂਰ ਖੇਡਣ, ਉਹਨਾਂ ਦਾ ਹੱਕ ਬਣਦਾ ਆ। ਮਦਾਰੀ ਦੇ ਜਮੂਰੇ ਨਾ ਬਣਨ ਕਿ ਮਦਾਰੀ ਪਿੱਛੇ ਹੋ ਰਿਹਾ ਤੇ ਜਮੂਰਾ ਕੋਈ ਹੋਰ ਬੋਲ ਰਿਹਾ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਵਾਪਸ ਆਉਂਦੇ ਹਾਂ। ਪੰਜਾਬ ਦੀ ਰਾਜਨੀਤੀ ਨੂੰ ਜਮੂਰਿਆਂ ਦੀ, ਮਦਾਰੀਆਂ ਦੀ ਲੋੜ ਨਹੀਂ ਆ, ਸੁਹਿਰਦ ਸਿਆਸਤਦਾਨਾਂ ਦੀ ਲੋੜ ਹੈ। ਤੇ ਅਗਲੀ ਗੱਲਬਾਤ ਆਪਾਂ ਦਸਾਂਝ ਸਾਹਿਬ ਨਾਲ ਰੱਖਦੇ ਹਾਂ ਜਾਰੀ।